In the name of the Father, the Son, and the Holy Spirit. ਬਾਰਕਿਮੋਰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ 'ਚ। You know, we all, without one exception, want kindness, compassion, mercy. ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਅਤੇ ਚਾਹੁੰਦੇ ਹਾਂ ਕਿ ਲੋੜ ਵੇਲੇ ਸਾਡੇ ਉੱਤੇ ਕੋਈ ਦਇਆ ਕਰੇ ਅਤੇ ਸਾਡੇ ਉੱਤੇ ਕੋਈ ਤਰਸ ਕਰੇ। You know why? None of us are perfect. ਕੀ ਤੁਸੀਂ ਜਾਣਦੇ ਹੋ ਕਿਉਂ? ਕਿਉਂਕਿ ਸਾਡੇ ਵਿੱਚੋਂ ਕੋਈ ਵੀ ਵਿਅਕਤੀ ਸਿੱਧ ਨਹੀਂ ਹੈ। You know, one of my favorite prayer that I pray hundreds of times every day. As a matter of fact, what you see here is the Orthodox prayer rope, it's called it. Each note I use, there are 101 of them here. And what do I pray? Lord Jesus, Son of God, have mercy on me, this sinner. ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀਆਂ ਮਨਪਸੰਦ ਪ੍ਰਾਰਥਨਾਵਾਂ ਵਿੱਚੋਂ ਇੱਕ ਪ੍ਰਾਰਥਨਾ ਇਹ ਹੈ ਜੋ ਕਿ ਮੈਂ ਆਰਥੋਡਾਕਸ ਪ੍ਰੇ ਰੂਪ ਦੇ ਰਾਹੀਂ ਕਰਦਾ ਹਾਂ। ਇਸ ਪ੍ਰੇ ਰੂਪ ਦੇ ਵਿੱਚ ਬਹੁਤ ਸਾਰੇ ਮਣਕੇ ਨੇ ਅਤੇ ਜਦੋਂ ਮੈਂ ਇਹਨਾਂ ਮਣਕਿਆਂ ਦਾ ਇਸਤੇਮਾਲ ਕਰਦਾ ਹਾਂ ਅਤੇ ਇਹਨਾਂ ਸੈਂਕੜੇ ਮਣਕਿਆਂ ਦਾ ਇਸਤੇਮਾਲ ਕਰਕੇ ਹਰ ਵਾਰ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਯਿਸੂ ਪਰਮੇਸ਼ਵਰ ਦੇ ਪੁੱਤਰ ਮੇਰੇ 'ਤੇ ਦਇਆ ਕਰੋ, ਮੈਂ ਇੱਕ ਪਾਪੀ ਹਾਂ। ਅਤੇ ਇਹ ਮੈਂ ਹਰ ਰੋਜ਼ ਸੈਂਕੜਿਆਂ ਵਾਰੀ ਕਰਦਾ ਹਾਂ। It's a famous prayer from the first century, which is in the scripture, also known as a Jesus prayer. ਇਹ ਇੱਕ ਬਹੁਤ ਹੀ ਮਸ਼ਹੂਰ ਅਤੇ ਪੁਰਾਣੀ ਪ੍ਰਾਰਥਨਾ ਹੈ ਜੋ ਕਿ ਪਹਿਲੀ ਸਦੀ ਵਿੱਚ ਵੀ ਇਸਤੇਮਾਲ ਕੀਤੀ ਜਾਂਦੀ ਸੀ ਅਤੇ ਇਸ ਪ੍ਰਾਰਥਨਾ ਨੂੰ ਯਿਸੂ ਦੀ ਪ੍ਰਾਰਥਨਾ ਕਿਹਾ ਜਾਂਦਾ ਹੈ। And by the way, our synod, they are working on creating thousands and tens of thousands of this prayer rope that eventually all the members of our church will have one to pray the prayer throughout the day. ਅਤੇ ਅਜਿਹੀਆਂ ਹੀ ਪ੍ਰੇਅਰ ਰੋਪਸ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਵਿੱਤਰ ਸਿਨਡ ਦੇ ਵਿੱਚ ਤਿਆਰ ਹੋ ਰਹੀਆਂ ਨੇ ਜਿਨ੍ਹਾਂ ਦਾ ਇਸਤੇਮਾਲ ਸਾਡੇ ਸਾਰੇ ਹੀ ਵਿਸ਼ਵਾਸੀ ਆਉਣ ਵਾਲੇ ਦਿਨਾਂ ਵਿੱਚ ਕਰ ਸਕਣਗੇ ਅਤੇ ਇਹਨਾਂ ਪ੍ਰੇਅਰ ਰੋਪਸ ਦੇ ਦੁਆਰਾ ਉਹ ਆਪਣੀ ਰੋਜ਼ਾਨਾ ਦੀ ਪ੍ਰਾਰਥਨਾ ਕਰ ਸਕਣਗੇ। But now we are talking about the compassion and mercy. ਪਰ ਫਿਲਹਾਲ ਅਸੀਂ ਦਇਆ ਅਤੇ ਤਰਸ ਦੀ ਗੱਲ ਕਰ ਰਹੇ ਹਾਂ। Why we need compassion and mercy? Because we all fail. None of us are perfect. ਸਾਨੂੰ ਸਾਰਿਆਂ ਨੂੰ ਦਇਆ ਦੀ ਲੋੜ ਕਿਉਂ ਪੈਂਦੀ ਹੈ? ਉਹ ਇਸ ਲਈ ਹੈ ਕਿਉਂਕਿ ਅਸੀਂ ਸਾਰੇ ਅਸਫਲ ਹੁੰਦੇ ਹਾਂ ਅਤੇ ਸਾਡੇ ਵਿੱਚੋਂ ਕੋਈ ਵੀ ਸਿੱਧ ਨਹੀਂ ਹੈ। The strange thing, St. Paul said, you know, even when my mind, my emotions don't condemn me, I'm perfectly justified. Even then, I am not without sin. ਸੰਤ ਪੌਲਸ ਇੱਕ ਬੜੀ ਹੀ ਅਜੀਬ ਗੱਲ ਕਰਦਾ ਹੈ ਅਤੇ ਉਹ ਕਹਿੰਦਾ ਹੈ ਕਿ ਭਾਵੇਂ ਮੇਰਾ ਮਨ ਅਤੇ ਮੇਰੀਆਂ ਭਾਵਨਾਵਾਂ ਮੈਨੂੰ ਪੂਰਨ ਰੂਪ ਵਿੱਚ ਨਿਰਦੋਸ਼ ਵੀ ਠਹਿਰਾਉਣ ਤਾਂ ਵੀ ਮੈਂ ਪਾਪੀ ਹਾਂ ਅਤੇ ਪਾਪ ਤੋਂ ਰਹਿਤ ਨਹੀਂ ਹਾਂ। God's mercy is the only thing we can depend on. Pride and arrogance will kill that. ਇਹ ਕੇਵਲ ਪਰਮੇਸ਼ਵਰ ਦੀ ਦਇਆ ਹੀ ਹੈ ਜਿਸ 'ਤੇ ਸਾਨੂੰ ਨਿਰਭਰ ਰਹਿਣਾ ਚਾਹੀਦਾ ਹੈ ਕਿਉਂਕਿ ਸਾਡਾ ਘਮੰਡ ਅਤੇ ਸਾਡਾ ਹੰਕਾਰ ਸਾਡੇ ਲਈ ਹਾਨੀਕਾਰਕ ਨੇ। Two people went to the church to pray. One said, God, look at this guy standing there. He's a horrible sinner. And I thank you that I'm not like him. But the other man standing there couldn't even lift up his head. And he was beating upon his chest and saying, God, have mercy on me. I'm a sinner. ਦੋ ਵਿਅਕਤੀ ਚਰਚ ਵਿੱਚ ਪ੍ਰਾਰਥਨਾ ਕਰਨ ਲਈ ਗਏ। ਪਹਿਲੇ ਨੇ ਕਿਹਾ ਕਿ ਹੇ ਪਰਮੇਸ਼ਵਰ, ਮੈਂ ਤੇਰਾ ਧੰਨਵਾਦ ਕਰਦਾ ਕਿ ਮੈਂ ਇਸ ਇਨਸਾਨ ਵਰਗਾ ਨਹੀਂ ਹਾਂ। ਇਹ ਇੱਕ ਬਹੁਤ ਹੀ ਪਾਪੀ ਅਤੇ ਘਟੀਆ ਵਿਅਕਤੀ ਹੈ। ਲੇਕਿਨ ਦੂਸਰੇ ਵਿਅਕਤੀ ਨੇ ਆਪਣੀਆਂ ਅੱਖਾਂ ਸਵਰਗ ਵੱਲ ਵੀ ਨਾ ਚੁੱਕੀਆਂ ਸਗੋਂ ਉਹ ਆਪਣੀ ਛਾਤੀ ਪਿੱਟ ਕੇ ਰੋਇਆ ਅਤੇ ਪਰਮੇਸ਼ਵਰ ਨੂੰ ਕਿਹਾ ਕਿ ਹੇ ਪਰਮੇਸ਼ਵਰ ਮੈਨੂੰ ਮਾਫ਼ ਕਰ ਕਿਉਂਕਿ ਮੈਂ ਇੱਕ ਪਾਪੀ ਹਾਂ। And the Bible says he was forgiven. He went out cleansed, healed, whole. But the other man who was proud about his righteousness, he went out with the burden of sin and the guilt
and all the heaviness. ਅਤੇ ਬਾਈਬਲ ਕਹਿੰਦੀ ਹੈ ਕਿ ਉਸ ਵਿਅਕਤੀ ਨੂੰ ਮਾਫੀ ਮਿਲ ਗਈ ਅਤੇ ਉਹ ਸੰਪੂਰਨ ਬਣ ਕੇ ਬੜੀ ਹੀ ਸ਼ਾਂਤੀ ਨਾਲ ਆਪਣੇ ਘਰ ਗਿਆ। ਲੇਕਿਨ ਦੂਸਰਾ ਵਿਅਕਤੀ ਜਿਸ ਨੂੰ ਆਪਣੇ ਧਰਮ ਤੇ ਘਮੰਡ ਸੀ, ਉਹ ਉਸੇ ਤਰ੍ਹਾਂ ਹੀ ਆਪਣੇ ਪਾਪ ਦਾ ਬੋਝ ਆਪਣੇ ਘਮੰਡ ਦੇ ਕਾਰਨ ਆਪਣੇ ਸਿਰ ਤੇ ਲੈ ਕੇ ਵਾਪਸ ਗਿਆ। So let us have the attitude and also remember this. ਸੋ ਸਾਨੂੰ ਸਾਰਿਆਂ ਨੂੰ ਨਿਮਰਤਾ ਵਾਲਾ ਸੁਭਾਅ ਰੱਖਣਾ ਚਾਹੀਦਾ ਹੈ ਅਤੇ ਇਸ ਗੱਲ ਨੂੰ ਯਾਦ ਕਰਨਾ ਚਾਹੀਦਾ ਹੈ। God is not an angry God, our enemy God. He is a loving God. And the scripture says He thinks about us all the time. But what is thinking? ਪਰਮੇਸ਼ਵਰ ਇੱਕ ਗੁੱਸੇਖੋਰ ਪਰਮੇਸ਼ਵਰ ਨਹੀਂ ਅਤੇ ਨਾ ਹੀ ਉਹ ਸਾਡਾ ਦੁਸ਼ਮਣ ਹੈ। ਸਗੋਂ ਪਰਮੇਸ਼ਵਰ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਹਮੇਸ਼ਾ ਉਹ ਸਾਡੇ ਲਈ ਸੋਚਦਾ ਹੈ। ਲੇਕਿਨ ਐਸਾ ਕੀ ਹੈ ਜੋ ਹਮੇਸ਼ਾ ਉਹ ਸਾਡੇ ਲਈ ਸੋਚਦਾ ਰਹਿੰਦਾ ਹੈ? Only about our good. ਉਹ ਸਿਰਫ ਸਾਡੇ ਭਲੇ ਬਾਰੇ ਹੀ ਸੋਚਦਾ ਹੈ। Oh, you say, Metropolitan, but all these problems I'm dealing with, this debt and sickness and family crisis and all this stuff, what is all going? Listen, these are all part of the Father's design to extend the fullness of His mercy to us. ਪਰ ਤੁਸੀਂ ਕਹਿ ਸਕਦੇ ਹੋ ਕਿ ਮੈਟਰੋਪੋਲੀਟਨ ਜੀ, ਉਹਨਾਂ ਸਾਰੀਆਂ ਹੀ ਮੁਸ਼ਕਲਾਂ ਬਾਰੇ ਕੀ ਜੋ ਮੇਰੇ ਜੀਵਨ ਵਿੱਚ ਹਨ। ਮੈਂ ਕਰਜ਼ੇ ਦੀ ਮਾਰ ਹੇਠ ਹਾਂ, ਮੇਰੇ ਪਰਿਵਾਰ ਵਿੱਚ ਸਮੱਸਿਆਵਾਂ ਨੇ, ਮੈਂ ਬਿਮਾਰੀ ਨਾਲ ਜੂਝ ਰਿਹਾ ਹਾਂ। ਕਿਰਪਾ ਕਰਕੇ ਧਿਆਨ ਨਾਲ ਸੁਣੋ। ਇਹ ਸਾਰੀਆਂ ਚੀਜ਼ਾਂ ਸਾਡੇ ਜੀਵਨ ਵਿੱਚ ਪਰਮੇਸ਼ਵਰ ਦੀ ਇੱਕ ਯੋਜਨਾ ਹੈ ਤਾਂ ਕਿ ਉਹ ਆਪਣੀ ਦਇਆ ਨੂੰ ਪੂਰੀ ਸੰਪੂਰਨਤਾ ਦੇ ਨਾਲ ਸਾਡੇ ਜੀਵਨ ਵਿੱਚ ਪੇਸ਼ ਕਰ ਸਕੇ। Joseph spent 13 years in prison, horrible prison life, preparing him to be the prime minister for 43 years of the country. ਯੂਸਫ ਨੇ ਆਪਣੇ ਜੀਵਨ ਦੇ 13 ਸਾਲ ਜੇਲ੍ਹ ਦੇ ਵਿੱਚ ਗੁਜ਼ਾਰੇ ਤਾਂ ਕਿ ਅਗਲੇ 43 ਸਾਲਾਂ ਲਈ ਉਹ ਆਪਣੇ ਆਪ ਨੂੰ ਉਸ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਲਈ ਤਿਆਰ ਕਰ ਸਕੇ। Everything God is doing, not only for our life here on earth, but our life continues when we depart from this earth. ਅੱਜ ਜੋ ਵੀ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਕਰ ਰਿਹਾ ਹੈ, ਉਹ ਸਭ ਦਾ ਸੰਬੰਧ ਸਾਡੇ ਧਰਤੀ ਤੇ ਰਹਿੰਦਿਆਂ ਹੋਇਆਂ ਇਸ ਜੀਵਨ ਦੇ ਨਾਲ ਹੀ ਨਹੀਂ, ਸਗੋਂ ਸਾਡੇ ਉਸ ਸਦੀਪਕ ਜੀਵਨ ਦੇ ਨਾਲ ਵੀ ਹੋਵੇਗਾ ਜੋ ਅਸੀਂ ਉਦੋਂ ਜੀਵਾਂਗੇ ਜਦੋਂ ਅਸੀਂ ਇਸ ਧਰਤੀ ਤੋਂ ਚਲੇ ਜਾਵਾਂਗੇ। And it's ever continuation of the plan He made in eternity for us. ਅਤੇ ਪਰਮੇਸ਼ਵਰ ਦੀ ਬਣਾਈ ਹੋਈ ਇਹ ਯੋਜਨਾ ਸਦੀਪਕ ਕਾਲ ਤੱਕ ਸਾਡੇ ਜੀਵਨ ਦੇ ਵਿੱਚ ਚੱਲਦੀ ਰਹੇਗੀ। And what sustains us? It is His mercy and His grace. ਸੋ ਸਾਡੇ ਬੁਰੇ ਸਮੇਂ ਦੇ ਵਿੱਚ ਉਹ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਸੰਭਾਲ ਕੇ ਰੱਖਦੀ ਹੈ? ਉਹ ਹੈ ਪਰਮੇਸ਼ਰ ਦੀ ਦਇਆ ਅਤੇ ਉਸ ਦੀ ਕਿਰਪਾ। And Jacob, God promised His mercy and kindness and blessings and all that. But just like you, just like me, Jacob could not believe it. So what he did? ਅਤੇ ਯਕੂਬ, ਜਿਸ ਨਾਲ ਪਰਮੇਸ਼ਰ ਨੇ ਆਪਣੀਆਂ ਬਰਕਤਾਂ, ਆਪਣੀ ਦਇਆ ਅਤੇ ਆਪਣੇ ਤਰਸ ਬਾਰੇ ਉਸ ਨਾਲ ਸਾਰਾ ਵਾਅਦਾ ਕੀਤਾ ਸੀ, ਲੇਕਿਨ ਮੇਰੇ ਅਤੇ ਤੁਹਾਡੇ ਵਾਂਗ ਯਕੂਬ ਨੇ ਇਸ ਗੱਲ ਦਾ ਵਿਸ਼ਵਾਸ ਨਹੀਂ ਕੀਤਾ ਅਤੇ ਉਸਨੇ ਕੁਝ ਇਸ ਤਰ੍ਹਾਂ ਕੀਤਾ। I had to figure this out. I had to do my own. I had to make money. I had to scheme. I had to plan. I don't have to listen to God. And he cut out his own way. He took the steering wheel in his own hands. ਉਸਨੇ ਸੋਚਿਆ ਕਿ ਮੈਨੂੰ ਖੁਦ ਸਭ ਕੁਝ ਕਰਨਾ ਪਵੇਗਾ, ਮੈਨੂੰ ਖੁਦ ਹੀ ਪੈਸਾ ਬਣਾਉਣਾ ਪਵੇਗਾ, ਮੈਨੂੰ ਆਪਣੇ ਆਪ ਤੇ ਨਿਰਭਰ ਹੋਣਾ ਪਵੇਗਾ, ਮੈਨੂੰ ਆਪਣੇ ਰਸਤੇ ਆਪ ਤਿਆਰ ਕਰਨੇ ਪੈਣਗੇ, ਮੈਨੂੰ ਆਪਣੀਆਂ ਸਕੀਮਾਂ ਆਪ ਲਾਉਣੀਆਂ ਪੈਣਗੀਆਂ, ਆਪਣੀਆਂ ਯੋਜਨਾਵਾਂ ਆਪ ਬਣਾਉਣੀਆਂ ਪੈਣਗੀਆਂ। ਮੈਨੂੰ ਪਰਮੇਸ਼ਰ ਨੂੰ ਸੁਣਨ ਦੀ ਲੋੜ ਨਹੀਂ। ਅਤੇ ਇਸੇ ਤਰ੍ਹਾਂ ਯਕੂਬ ਨੇ ਆਪਣੀ ਜ਼ਿੰਦਗੀ ਦੀ ਡੋਰ ਆਪਣੇ ਹੱਥ ਵਿੱਚ ਲੈ ਲਈ ਅਤੇ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਕੀਤੇ। And he ran and ran 20 years, but God did not forsake him. ਅਤੇ ਉਹ 20 ਸਾਲਾਂ ਤੱਕ ਪਰਮੇਸ਼ਰ ਤੋਂ ਦੂਰ ਭੱਜਦਾ ਰਿਹਾ, ਲੇਕਿਨ ਪਰਮੇਸ਼ਰ ਨੇ ਉਸ ਨੂੰ ਕਦੇ ਨਹੀਂ ਵਿਸਾਰਿਆ। After 20 years, he come to the place he realized, no, God is still loving and merciful. He will always keep his promise. I must surrender. So he surrendered his life. ਅਤੇ ਇਹਨਾਂ 20 ਸਾਲਾਂ ਦੇ ਬਾਅਦ ਯਕੂਬ ਨੂੰ ਇਸ ਗੱਲ ਦੀ ਸਮਝ ਆ ਗਈ ਅਤੇ ਉਸਨੇ ਵਿਸ਼ਵਾਸ ਕੀਤਾ ਕਿ ਪਰਮੇਸ਼ਵਰ ਇੱਕ ਦਇਆ ਕਰਨ ਵਾਲਾ ਪਰਮੇਸ਼ਵਰ ਹੈ, ਇੱਕ ਪਿਆਰ ਕਰਨ ਵਾਲਾ ਪਰਮੇਸ਼ਵਰ ਹੈ। ਇਸ ਲਈ ਉਸਨੇ ਆਪਣੇ ਜੀਵਨ ਨੂੰ ਪਰਮੇਸ਼ਵਰ ਦੇ ਅੱਗੇ ਸਪੁਰਦ ਕੀਤਾ ਅਤੇ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਖੁਦਾਵੰਦ ਆਪਣੇ ਵਾਅਦਿਆਂ ਦਾ ਪੱਕਾ ਹੈ ਅਤੇ ਉਹ ਆਪਣੇ ਵਾਅਦੇ ਕਦੇ ਨਹੀਂ ਭੁੱਲਦਾ।
And God says, what's your name? He said, Jacob. 20 years ago, he told his father, his name is Esau. ਅਤੇ ਜਦੋਂ ਪਰਮੇਸ਼ਰ ਨੇ ਉਸ ਦਾ ਨਾਮ ਪੁੱਛਿਆ ਤਾਂ ਉਸਨੇ ਕਿਹਾ ਕਿ ਮੇਰਾ ਨਾਮ ਯਾਕੂਬ ਹੈ। ਲੇਕਿਨ 20 ਸਾਲ ਪਹਿਲਾਂ ਜਦੋਂ ਉਸ ਦੇ ਪਿਤਾ ਨੇ ਉਸ ਦਾ ਨਾਮ ਪੁੱਛਿਆ ਸੀ ਤਾਂ ਉਸਨੇ ਕਿਹਾ ਸੀ ਕਿ ਮੇਰਾ ਨਾਮ ਇਸਾਵ ਹੈ। But now he says, I am what I am, a sinner, a liar, a crooked person. Please have mercy on me. ਪਰ ਹੁਣ ਉਹ ਕਹਿੰਦਾ ਹੈ ਕਿ ਮੈਂ ਜੋ ਕਰਦਾ ਹਾਂ ਮੈਂ ਉਹੀ ਹਾਂ, ਮੈਂ ਝੂਠਾ ਹਾਂ, ਮੈਂ ਪਾਪੀ ਹਾਂ ਅਤੇ ਮੈਂ ਇੱਕ ਧੋਖੇਬਾਜ਼ ਵਿਅਕਤੀ ਹਾਂ। ਹੇ ਪਰਮੇਸ਼ਵਰ, ਮੇਰੇ ਤੇ ਦਇਆ ਕਰ ਅਤੇ ਮੈਨੂੰ ਮਾਫ ਕਰ। And God blessed him there. His name was changed to Israel, the Prince of God. ਅਤੇ ਉਸ ਜਗ੍ਹਾ ਤੇ ਪਰਮੇਸ਼ਵਰ ਨੇ ਉਸ ਨੂੰ ਆਸ਼ੀਸ਼ ਦਿੱਤੀ ਅਤੇ ਉਸ ਦਾ ਨਾਮ ਬਦਲ ਕੇ ਇਸਰਾਇਲ ਰੱਖ ਦਿੱਤਾ, ਜਿਸ ਦਾ ਅਰਥ ਹੈ ਪਰਮੇਸ਼ਵਰ ਦਾ ਰਾਜਕੁਮਾਰ। Fast forward. God now talks about himself. I am the God of Abraham, Isaac, and Jacob. He didn't say Israel. ਅੱਗੇ ਚੱਲ ਕੇ ਪਰਮੇਸ਼ਵਰ ਨੇ ਜਦੋਂ ਵੀ ਲੋਕਾਂ ਨੂੰ ਆਪਣੇ ਬਾਰੇ ਦੱਸਿਆ ਤਾਂ ਉਸਨੇ ਕਿਹਾ ਕਿ ਮੈਂ ਅਬਰਾਹਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਵਰ ਹਾਂ। ਉਸਨੇ ਇਹ ਨਹੀਂ ਕਿਹਾ ਕਿ ਮੈਂ ਇਸਰਾਇਲ ਦਾ ਪਰਮੇਸ਼ਵਰ ਹਾਂ। You know what that means? In all of us, there is some Jacob. ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਪਰਮੇਸ਼ਵਰ ਦੇ ਇਹ ਕਹਿਣ ਦਾ ਮਤਲਬ ਕੀ ਹੈ। ਉਸ ਦੇ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਸਭਨਾਂ ਦੇ ਵਿੱਚ ਯਾਕੂਬ ਵਰਗਾ ਸੁਭਾਅ ਹੈ। And he is merciful. He is loving. He will fulfill his promises. And he will never abandon you. You can trust in him. Surrender all to him. All be well. ਅਤੇ ਉਹ ਦਇਆਵਾਨ ਹੈ ਅਤੇ ਪਿਆਰ ਕਰਨ ਵਾਲਾ ਹੈ। ਉਹ ਆਪਣੇ ਵਾਅਦੇ ਨੂੰ ਕਦੇ ਵੀ ਨਹੀਂ ਭੁੱਲੇਗਾ ਅਤੇ ਉਸ ਨੂੰ ਪੂਰਾ ਕਰੇਗਾ। ਉਹ ਤੁਹਾਨੂੰ ਕਦੇ ਵੀ ਨਹੀਂ ਤਿਆਗੇਗਾ ਅਤੇ ਤੁਸੀਂ ਉਸ ਤੇ ਭਰੋਸਾ ਕਰ ਸਕਦੇ ਹੋ। ਇਸ ਲਈ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਸਪੁਰਦ ਕਰੋ ਅਤੇ ਉਸ ਦੀਆਂ ਬਰਕਤਾਂ ਨੂੰ ਆਪਣੇ ਜੀਵਨ ਵਿੱਚ ਮਹਿਸੂਸ ਕਰੋ। ਉਹ ਸਭ ਕੁਝ ਠੀਕ ਕਰ ਦੇਵੇਗਾ। Blessings on you. ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ।